ਆਪਾਂ ਗੱਲ ਕਰਾਂਗੇ ਨੈਕਸਟ ਸਾਡਾ ਟੌਪਿਕ ਹੈਗਾ ਸਟਰਕਚਰ ਆਫ ਜਾਵਾ ਪ੍ਰੋਗਰਾਮ ਐਂਡ ਐਲੀਮੈਂਟਸ ਆਫ ਜਾਵਾ ਪ੍ਰੋਗਰਾਮ ਕਿ ਜਾਵਾ ਪ੍ਰੋਗਰਾਮ ਦੇ ਕਿਹੜੇ ਕਿਹੜੇ ਐਲੀਮੈਂਟਸ ਆ ਔਰ ਇਹਦਾ ਸਟਰਕਚਰ ਕੀ ਹੈ। ਸਭ ਤੋਂ ਪਹਿਲਾਂ ਆਪਾਂ ਸਟਰਕਚਰ ਦੇ ਵਿੱਚ ਲਿਖਦੇ ਹਾਂ ਕਲਾਸ, ਉਸ ਤੋਂ ਬਾਅਦ ਲਿਖਿਆ ਹੋਇਆ ਪ੍ਰੋਗਰਾਮ। ਪਹਿਲਾਂ ਕੀ ਲਿਖਾਂਗੇ? ਕਲਾਸ ਲਿਖਾਂਗੇ। ਉਸ ਤੋਂ ਬਾਅਦ ਲਿਖਦੇ ਹਾਂ ਕਲਾਸ ਨੇਮ। ਪ੍ਰੋਗਰਾਮ ਸਾਡੀ ਕੀ ਹੈ? ਕਲਾਸ ਨੇਮ ਆ। ਨੈਕਸਟ ਆਪਾਂ ਕੀ ਕੀਤਾ? ਕਰਲੀ ਬ੍ਰੇਸਿਸ ਨੂੰ ਸਟਾਰਟ ਕਰਤਾ, ਮਤਲਬ ਕਿ ਕਲਾਸ ਨੂੰ ਸਟਾਰਟ ਕਰਤਾ। ਉਸ ਤੋਂ ਬਾਅਦ ਆਪਾਂ ਮੇਨ ਮੈਥਡ ਲਗਾਉਣਾ। ਮੇਨ ਮੈਥਡ ਕੀ ਆਉਂਦਾ ਇਹਦੇ ਵਿੱਚ? ਪਬਲਿਕ ਸਟੈਟਿਕ ਵੋਇਡ ਮੇਨ। ਪਬਲਿਕ ਕੀ ਆ? ਅਸੈਸ ਮੋਡੀਫਾਇਰ ਆ। ਸਟੈਟਿਕ ਇੱਕ ਕੀਵਰਡ ਆ। ਵੋਇਡ ਦਾ ਮਤਲਬ ਹੁੰਦਾ ਐਮਪਟੀ। ਮੇਨ ਕੀ ਆ? ਇੱਕ ਮੈਥਡ ਆ। ਉਹ ਤੋਂ ਬਾਅਦ ਬ੍ਰੈਕਟ ਦੇ ਵਿੱਚ ਲਿਖਿਆ ਸਟ੍ਰਿੰਗ ARG ਨਾਲ ਬ੍ਰੈਕਟਸ ਲਗਾਈਆਂ, ਸਕੁਅਰ ਬ੍ਰੈਕਟਸ। ਇਹਦਾ ਮਤਲਬ ਕੀ ਹੈ? ਇਹਦੇ ਵਿੱਚ ਅਸੀਂ ਸਟ੍ਰਿੰਗ ਆਰਗੂਮੈਂਟਸ ਨੂੰ ਵੀ ਐਂਟਰ ਕਰਵਾ ਸਕਦੇ ਹਾਂ। ਉਹ ਤੋਂ ਬਾਅਦ ਆਪਾਂ ਮੇਨ ਮੈਥਡ ਦੀ ਬ੍ਰੈਕਟ ਨੂੰ ਸਟਾਰਟ ਕਰਤਾ, ਕਰਲੀ ਬ੍ਰੇਸਿਸ ਨੂੰ ਸਟਾਰਟ ਕਰਤਾ। ਨੈਕਸਟ ਲਾਈਨ ਦੇ ਵਿੱਚ ਆਪਾਂ ਲਿਖਦੇ ਹਾਂ ਡਾਟਾ ਟਾਈਪ ਲੈਂਦੇ ਹਾਂ। ਇੰਟ ਨਾਮ ਦੀ ਮੈਂ ਇੱਕ ਡਾਟਾ ਟਾਈਪ ਲੈ ਲਈ, ਉਹਦੇ ਵਿੱਚ 3 ਵੇਰੀਏਬਲ ਲੈ ਲਏ A, B ਔਰ C, 3 ਵੇਰੀਏਬਲ ਲੈ ਲਏ। ਉਸ ਤੋਂ ਬਾਅਦ A ਦੀ ਵੈਲਿਊ ਪਹਿਲਾਂ ਐਂਟਰ ਕਰਵਾਤੀ, ਫਿਰ B ਦੀ ਵੈਲਿਊ ਐਂਟਰ ਕਰਵਾਤੀ। C ਦੇ ਵਿੱਚ ਕੀ ਕੀਤਾ? A ਔਰ B ਦਾ ਪਲੱਸ ਕਰਵਾਤਾ। ਉਸ ਤੋਂ ਬਾਅਦ ਨੈਕਸਟ ਲਾਈਨ ਦੇ ਵਿੱਚ ਮੈਂ ਕੀ ਲਿਖਿਆ? ਸਿਸਟਮ ਡੋਟ ਆਊਟ ਡੋਟ ਪ੍ਰਿੰਟਲ, ਬ੍ਰੈਕਟ ਦੇ ਵਿੱਚ ਡਬਲ ਕਾਮੇ ਦੇ ਵਿੱਚ ਮੈਸੇਜ ਪ੍ਰਿੰਟ ਕਰਾਤਾ। ਮੈਸੇਜ ਕੀ ਪ੍ਰਿੰਟ ਕਰਵਾਇਆ? ਸਮ ਇਜ਼ ਇਕੁਅਲ ਟੂ ਡਬਲ ਕਾਮੇ ਪਲੱਸ C। ਹੁਣ ਇਸ ਲਾਈਨ ਦਾ ਮਤਲਬ ਕੀ ਹੈ? ਸਿਸਟਮ ਡੋਟ ਆਊਟ ਡੋਟ ਪ੍ਰਿੰਟਲ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ? ਮੈਸੇਜ ਨੂੰ ਪ੍ਰਿੰਟ ਕਰਾਉਣ ਦੇ ਲਈ। ਅਗਰ ਕੋਈ ਵੀ ਮੈਸੇਜ ਪ੍ਰਿੰਟ ਕਰਾਉਣਾ ਜਾਂ ਵੈਲਿਊ ਪ੍ਰਿੰਟ ਕਰਾਉਣੀ ਆ, ਉਹਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਸਿਸਟਮ ਡੋਟ ਆਊਟ ਡੋਟ ਪ੍ਰਿੰਟਲ। ਔਰ ਡਬਲ ਕਾਮੇ ਦੇ ਵਿੱਚ ਸਮ ਡਬਲ ਕਾਮੇ ਦੇ ਵਿੱਚ ਜੋ ਵੀ ਚੀਜ਼ ਡਬਲ ਕਾਮੇ ਦੇ ਵਿੱਚ ਪ੍ਰਿੰਟ ਕਰਾਓ ਉਹ ਐਜ਼ ਇਟ ਕੀ ਹੋ ਜਾਂਦੀ ਆ? ਪ੍ਰਿੰਟ ਹੋ ਜਾਂਦੀ ਹੈ। ਉਹ ਤੋਂ ਬਾਅਦ ਪਲੱਸ ਦਾ ਸਾਈਨ ਕਾਹਤੇ ਲਗਾਇਆ ਵਾ? ਵੈਲਿਊ ਔਰ ਮੈਸੇਜ ਦੋਨਾਂ ਨੂੰ ਕੰਬਾਈਨ ਕਰਨ ਦੇ ਲਈ, ਠੀਕ ਹੈ। ਪਲੱਸ C ਦੇ ਵਿੱਚ ਸਾਡੀ ਆਊਟਪੁੱਟ ਸ਼ੋ ਹੋਣੀ ਸੀ, ਇਸ ਕਰਕੇ ਮੈਂ ਕੀ ਲਿਖਦਾ? C ਬ੍ਰੈਕਟ ਬੰਦ ਸੈਮੀਕੋਲਨ। ਸੈਮੀਕੋਲਨ ਦਾ ਮਤਲਬ ਕੀ ਹੁੰਦਾ? ਐਂਡ ਆਫ ਦਾ ਲਾਈਨ, ਕਿ ਲਾਈਨ ਦਾ ਕੀ ਹੋ ਗਿਆ? ਐਂਡ ਹੋ ਗਿਆ। ਉਸ ਤੋਂ ਬਾਅਦ ਆਪਾਂ ਕੀ ਲਿਖਦੇ ਹਾਂ? ਬ੍ਰੈਕਟ ਬੰਦ, ਫਿਰ ਪਹਿਲਾਂ ਆਪਾਂ ਕਲਾਸ ਦੀ ਮੇਨ ਮੈਥਡ ਦੀ ਬ੍ਰੈਕਟ ਬੰਦ ਕਰਦੇ ਹਾਂ। ਉਹ ਤੋਂ ਬਾਅਦ ਆਪਾਂ ਕਲਾਸ ਦੀ ਬ੍ਰੈਕਟ ਬੰਦ ਕਰਦੇ ਹਾਂ, ਕਰਲੀ ਬ੍ਰੇਸਿਸ ਨੂੰ ਕਲੋਜ਼ ਕਰ ਦਿੰਦੇ। ਜਿਹਦਾ ਮਤਲਬ ਕੀ ਆ ਕਿ ਆਪਾਂ ਪ੍ਰੋਗਰਾਮ ਨੂੰ ਟਰਮੀਨੇਟ ਕਰਤਾ ਜਾਂ ਫਿਰ ਕਰਲੀ ਬ੍ਰੇਸਿਸ ਨੂੰ ਕਲੋਜ਼ ਕਰਤਾ। ਅੱਗੇ ਨੈਕਸਟ ਹੈਗਾ ਸਾਡਾ ਐਲੀਮੈਂਟਸ ਆਫ ਜਾਵਾ ਪ੍ਰੋਗਰਾਮ, ਕਿ ਜਾਵਾ ਪ੍ਰੋਗਰਾਮ ਦੇ ਐਲੀਮੈਂਟਸ ਕਿਹੜੇ ਕਿਹੜੇ ਆ। ਜਾਵਾ ਪ੍ਰੋਗਰਾਮ ਕੰਪੋਜ਼ਡ ਆਫ ਕਲਾਸਿਸ ਐਂਡ ਕਲਾਸ ਕੰਸਿਸਟ ਆਫ ਮੈਥਡਸ ਐਂਡ ਵੇਰੀਏਬਲ। ਜਾਵਾ ਪ੍ਰੋਗਰਾਮ ਕਲਾਸਿਸ ਦੇ ਨਾਲ ਸਟਾਰਟ ਕੀਤਾ ਜਾਂਦਾ ਐਂਡ ਕਲਾਸ ਕੰਸਿਸਟ ਆਫ ਮੈਥਡਸ ਐਂਡ ਵੇਰੀਏਬਲ। ਕਲਾਸ ਦੇ ਵਿੱਚ ਮੈਥਡਸ ਵੀ ਹੁੰਦੇ ਆ ਅਤੇ ਵੇਰੀਏਬਲਸ ਵੀ ਹੁੰਦੇ ਆ। ਐਲੀਮੈਂਟਸ ਆਫ ਜਾਵਾ ਪ੍ਰੋਗਰਾਮਸ ਆਰ ਗਿਵਨ ਬਿਲੋ। ਔਰ ਜਾਵਾ ਪ੍ਰੋਗਰਾਮ ਜਿਹੜੇ ਐਲੀਮੈਂਟਸ ਹੈਗੇ ਉਹ ਨੀਚੇ ਲਿਖੇ ਹੋਏ ਆ। ਫਸਟ ਹੈਗਾ ਸਾਡਾ ਕਲਾਸ ਐਂਡ ਆਬਜੈਕਟ। ਆਬਜੈਕਟਸ ਆਰ ਦਾ ਕੋਰ ਆਫ ਦਾ ਜਾਵਾ ਪ੍ਰੋਗਰਾਮ। ਆਬਜੈਕਟ ਕੀ ਆ? ਜਾਵਾ ਪ੍ਰੋਗਰਾਮ ਮੋਸਟ ਇੰਪੋਰਟੈਂਟ ਕੰਸੈਪਟ ਹੈ। ਆਬਜੈਕਟ ਇਜ਼ ਐਨ ਇੰਸਟੈਂਸ ਆਫ ਏ ਕਲਾਸ। ਆਬਜੈਕਟ ਕਲਾਸ ਦਾ ਇੱਕ ਪਾਰਟ ਹੈ। ਇਨ ਜਾਵਾ ਪ੍ਰੋਗਰਾਮ ਵੀ ਵਿਲ ਰਾਈਟ ਕਲਾਸਿਸ। ਇਹਦੇ ਵਿੱਚ ਆਪਾਂ ਕਲਾਸਿਸ ਨੂੰ ਲਿਖਦੇ ਹਾਂ। ਐਂਡ ਵੈਨ ਦਾ ਪ੍ਰੋਗਰਾਮ ਰਨ, ਜਦੋਂ ਅਸੀਂ ਪ੍ਰੋਗਰਾਮ ਨੂੰ ਰਨ ਕਰਦੇ ਹਾਂ, ਆਬਜੈਕਟ ਵਿਲ ਬੀ ਕ੍ਰੀਏਟਡ ਐਂਡ ਡੂ ਦਾ ਟਾਸਕ। ਜਦੋਂ ਅਸੀਂ ਪ੍ਰੋਗਰਾਮ ਨੂੰ ਰਨ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ? ਜਾਵਾ ਦੇ ਵਿੱਚ ਆਪਾਂ ਕਲਾਸਿਸ ਨੂੰ ਲਿਖਦੇ ਹਾਂ, ਕਲਾਸ ਲਿਖਦੇ ਹਾਂ। ਉਸ ਤੋਂ ਬਾਅਦ ਆਪਾਂ ਕੀ ਕਰਦੇ? ਜਦੋਂ ਅਸੀਂ ਪ੍ਰੋਗਰਾਮ ਨੂੰ ਰਨ ਕਰਦੇ ਹਾਂ ਤਾਂ ਆਬਜੈਕਟ ਕੀ ਹੋ ਜਾਂਦਾ? ਕ੍ਰੀਏਟ ਹੋ ਜਾਂਦਾ, ਜਿਹਦੇ ਨਾਲ ਅਸੀਂ ਆਪਣਾ ਕੰਮ ਕਰ ਸਕਦੇ ਹਾਂ। ਕੋਈ ਵੀ ਫੰਕਸ਼ਨ ਕੀ ਹੋ ਜਾਂਦਾ? ਉਹ ਪਰਫੋਰਮ ਹੋ ਜਾਂਦਾ। ਦਾ ਜਾਵਾ ਕਲਾਸ ਹੈਜ਼ 2 ਕੰਪੋਨੈਂਟਸ। ਜਾਵਾ ਕਲਾਸ ਦੇ 2 ਕੰਪੋਨੈਂਟਸ ਹੈਗੇ ਆ। ਕਿਹੜੇ ਇੱਕ ਹੁੰਦਾ? ਕਲਾਸ ਡਿਕਲੇਰੇਸ਼ਨ, ਇੱਕ ਹੁੰਦੀ ਆ ਕਲਾਸ ਬਾਡੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਲਾਸ ਡਿਕਲੇਰੇਸ਼ਨ ਦੀ। ਕਲਾਸ ਡਿਕਲੇਰੇਸ਼ਨ ਕੰਟੇਨ ਦਾ ਕਲਾਸ ਨੇਮ ਐਂਡ ਦਾ ਅਸੈਸ ਮੋਡੀਫਾਇਰ। ਕਲਾਸ ਡਿਕਲੇਰੇਸ਼ਨ ਦੇ ਵਿੱਚ ਕੀ ਹੁੰਦਾ ਵਾ? ਇਹਦੇ ਵਿੱਚ ਕਲਾਸ ਨੇਮ ਲਿੱਤਾ ਜਾਂਦਾ ਵਾ ਐਂਡ ਅਸੈਸ ਮੋਡੀਫਾਇਰਸ ਦਿੱਤੇ ਜਾਂਦੇ ਆ। ਦਾ ਅਸੈਸ ਮੋਡੀਫਾਇਰ ਡਿਫਾਈਨ ਦਾ ਅਸੈਸਿਬਿਲਿਟੀ ਆਫ ਦਾ ਕਲਾਸ। ਅਸੈਸ ਮੋਡੀਫਾਇਰ ਕੀ ਡਿਫਾਈਨ ਕਰਦਾ? ਕਿ ਕਲਾਸ ਦੀ ਅਸੈਸਿਬਿਲਿਟੀ ਕਿਹੜੀ ਆ। ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲੀ ਲਾਈਨ 'ਚ ਦੱਸਿਆ ਸੀ ਕਲਾਸ ਲਿਖਿਆ ਸੀ ਸਟਰਕਚਰ ਦੇ ਵਿੱਚ, ਉਸ ਤੋਂ ਬਾਅਦ ਕੀ ਲਿਖਿਆ ਸੀ? ਕਲਾਸ ਨੇਮ। ਉਸ ਤੋਂ ਬਾਅਦ ਦੂਸਰੀ ਲਾਈਨ 'ਚ ਕੀ ਲਿਖਿਆ ਸੀ? ਪਬਲਿਕ ਸਟੈਟਿਕ ਵੋਇਡ ਮੇਨ, ਦੈਨ ਬ੍ਰੈਕਟ ਦੇ ਵਿੱਚ ਲਿਖਿਆ ਸੀ ਸਟ੍ਰਿੰਗ ਆਰਗੂਮੈਂਟ। ਹੁਣ ਇਹ ਦੋਨੋਂ ਲਾਈਨਾਂ ਜਿਹੜੀਆਂ ਸੀਗੀਆਂ ਉਹਨੂੰ ਅਸੀਂ ਕੀ ਬੋਲ ਦਿੰਦੇ ਆ? ਕਲਾਸ ਨੂੰ ਕਲਾਸ ਡੈਕਲੇਰੇਸ਼ਨ ਬੋਲ ਦਿੰਦੇ ਆ, ਠੀਕ ਹੈ। ਕਲਾਸ ਡੈਕਲੇਰੇਸ਼ਨ ਦੇ ਵਿੱਚ ਕੀ ਹੁੰਦਾ? ਕਲਾਸ ਅਤੇ ਕਲਾਸ ਦਾ ਨੇਮ ਐਂਡ ਦੈਨ ਅਸੈਸ ਮੋਡੀਫਾਇਰਸ, ਠੀਕ ਹੈ। ਅਸੈਸ ਮੋਡੀਫਾਇਰਸ ਲਾਈਕ ਪਬਲਿਕ, ਪ੍ਰਾਈਵੇਟ, ਪ੍ਰੋਟੈਕਟਡ, ਇਹਨਾਂ ਦੇ ਵਿੱਚੋਂ ਕੋਈ ਵੀ ਆਪਾਂ ਅਸੈਸ ਮੋਡੀਫਾਇਰ ਲੈ ਸਕਦੇ ਹਾਂ। ਆਪਾਂ ਕੀ ਲੈਂਦੇ ਹਾਂ? ਪਬਲਿਕ ਸਟੈਟਿਕ ਵੋਇਡ ਮੇਨ, ਇਹ ਵਾਲੀ ਪੂਰੀ ਲਾਈਨ ਲਿਖਦੇ ਹਾਂ। ਦੈਨ ਇਹ ਦੋਨੋਂ ਜਿਹੜੀਆਂ ਲਾਈਨਸ ਹੈਗੀਆਂ ਇਹ ਸਾਰੀਆਂ ਕਿਹਦੇ ਅੰਡਰ ਆਉਂਦੀਆਂ ਵਾ? ਕਲਾਸ ਡੈਕਲੇਰੇਸ਼ਨ ਦੇ ਅੰਡਰ। ਉਸ ਤੋਂ ਬਾਅਦ ਸੈਕਿੰਡ ਹੈਗਾ ਕਲਾਸ ਬਾਡੀ। ਕਲਾਸ ਬਾਡੀ ਕਮਸ ਆਫਟਰ ਦਾ ਕਲਾਸ ਡੈਕਲੇਰੇਸ਼ਨ। ਕਲਾਸ ਬਾਡੀ ਹਮੇਸ਼ਾ ਕਲਾਸ ਡੈਕਲੇਰੇਸ਼ਨ ਤੋਂ ਬਾਅਦ ਲਿਖੀ ਜਾਂਦੀ ਹੈ ਐਂਡ ਇਟ ਇਜ਼ ਕੰਟੇਨਡ ਵਿਦ ਇਨ ਬ੍ਰੇਸਿਸ। ਔਰ ਇਹਨੂੰ ਅਸੀਂ ਹਮੇਸ਼ਾ ਕਰਲੀ ਬ੍ਰੇਸਿਸ ਦੇ
ਅੰਦਰ ਹੀ ਲਿਖਦੇ ਆ। ਦ ਕਲਾਸ ਬਾਡੀ ਕੰਟੇਨ ਦਾ ਫੰਕਸ਼ਨ ਐਂਡ ਵੇਰੀਏਬਲ, ਕਲਾਸ ਬਾਡੀ ਦੇ ਵਿੱਚ ਫੰਕਸ਼ਨਸ ਵੀ ਹੁੰਦੇ ਆ ਅਤੇ ਵੇਰੀਏਬਲਸ ਵੀ ਹੁੰਦੇ। ਇਹਦਾ ਉਹ ਤੋਂ ਬਾਅਦ ਸਟਰਕਚਰ ਦੇ ਵਿੱਚ ਸਾਨੂੰ ਸਮਝਾਇਆ ਸੀਗਾ ਪਬਲਿਕ ਸਟੈਟਿਕ ਵੋਇਡ ਮੇਨ ਵਾਲੀ ਲਾਈਨ ਤੋਂ ਬਾਅਦ ਆਪਾਂ ਕਰਲੀ ਬ੍ਰੇਸਿਸ ਸਟਾਰਟ ਕੀਤੇ ਆ। ਉਸ ਤੋਂ ਬਾਅਦ ਆਪਾਂ ਕੀ ਲਿੱਤਾ, ਡਾਟਾ ਟਾਈਪ ਲਿੱਤੀ ਆ, ਵੇਰੀਏਬਲਸ ਲਿੱਤੇ ਆ, ਫਿਰ ਵੇਰੀਏਬਲ ਦੀ ਵੈਲਿਊਜ਼ ਨੂੰ ਡਿਕਲੇਅਰ ਕਰਵਾਇਆ, ਫਿਰ ਉਹਨੂੰ ਪਲੱਸ ਕਰਵਾ ਕੇ ਦੈਨ ਉਹਦੇ ਅੱਗੇ ਮੈਸੇਜ ਪ੍ਰਿੰਟ ਕਰਵਾਤਾ ਕਿ ਇਹਨਾਂ ਦੋਨਾਂ ਦਾ ਕੀ ਹੋ ਜਾਏ, ਸਮ ਹੋ ਕੇ ਸੀ ਦੇ ਵਿੱਚ ਪ੍ਰਿੰਟ ਹੋ ਜਾਏ। ਇਹ ਜਿਹੜਾ ਸਾਰਾ ਪੋਰਸ਼ਨ ਸੀਗਾ ਕਰਲੀ ਬ੍ਰੇਸਿਸ ਬੰਦ ਕਰਨ ਤੱਕ ਦਾ, ਇਹ ਸਾਰੇ ਦੇ ਸਾਰੇ ਨੂੰ ਅਸੀਂ ਕੀ ਬੋਲ ਦਿੰਦੇ ਆ, ਕਲਾਸ ਬਾਡੀ ਬੋਲ ਦਿੰਦੇ ਆ। ਮਤਲਬ ਕਿ ਕਲਾਸ ਦੀ ਜਿਹੜੀ ਕਲਾਸ ਹੈਗੀ ਆ ਉਹ ਕੀ ਆ, ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦੀ ਹੈ। ਇੱਕ ਹੁੰਦੀ ਹੈ ਕਲਾਸ ਡੈਕਲੇਰੇਸ਼ਨ, ਇੱਕ ਹੁੰਦੀ ਹੈ ਕਲਾਸ ਬਾਡੀ। ਪ੍ਰੋਗਰਾਮ ਦੀਆਂ ਪਹਿਲੀਆਂ ਦੋ ਲਾਈਨਾਂ ਕਲਾਸ ਤੇ ਕਲਾਸ ਨੇਮ, ਉਸ ਤੋਂ ਬਾਅਦ ਦੂਸਰੀ ਲਾਈਨ ਪਬਲਿਕ ਸਟੈਟਿਕ ਵੋਇਡ ਮੇਨ ਵਾਲੀ ਲਾਈਨ, ਇਹ ਦੋਨੋਂ ਸਾਰੀਆਂ ਕਿਹਦੇ ਅੰਡਰ ਆਉਂਦੀਆਂ ਵਾ, ਕਲਾਸ ਡੈਕਲੇਰੇਸ਼ਨ ਦੇ ਅੰਡਰ ਆਉਂਦੀਆਂ। ਉਸ ਤੋਂ ਬਾਅਦ ਕਲਾਸ ਬਾਡੀ ਜਿਹਦੇ ਵਿੱਚ ਆਪਾਂ ਵੇਰੀਏਬਲ ਔਰ ਫੰਕਸ਼ਨਸ ਨੂੰ ਡਿਕਲੇਅਰ ਕਰ ਸਕਦੇ ਹਾਂ। ਵੇਰੀਏਬਲ ਔਰ ਡਾਟਾ ਟਾਈਪ ਜਿਹਦੇ ਵਿੱਚ ਲੈਂਦੇ ਆ ਉਹ ਸਾਰਾ ਕਿਹਦੇ ਅੰਡਰ ਆਉਂਦਾ ਵਾ, ਕਲਾਸ ਬਾਡੀ ਦੇ ਅੰਡਰ ਆ ਜਾਂਦਾ। तो सैकेंड पॉइंट साडा हैगा वा मैथड्स की होंगे द मैथड कंटेन द लॉजिक ऑफ द एप्लीकेशन। मैथड दे विच हमेशा कोई ना कोई लॉजिक्स होंगे आ, ये आप बहुत सारे ऑपरेशनस नूं परफॉर्म कर सकते हैं। ये डू ऑपरेशन ऑन द डाटा, ये आप डाटे रिलेटेड कोई भी फंक्शनस नूं आप फंक्शन उत्ते काम कर सकते हैं, अलग अलग ऑपरेशनस के उपर काम कर सकते हैं। ईच मैथड हैज़ ए डैकलरेशन एंड बॉडी, हर मैथड की अपनी अपनी डैकलरेशन होंगी और अपनी अपनी बॉडी होंगी है। द डैकलरेशन इंक्लूड द मैथड नेम, रिटर्न टाइप, पैरामीटर्स एंड असैसिबिलिटी। डैकलरेशन के क्या जाता, मैथड का नेम की आ, मैथड की रिटर्न टाइप की आ, मैथड के पैरामीटर्स की आ, और मैथड के असैसिबिलिटी यूज़ होंदी पई आ, पब्लिक प्राइवेट या प्रोटेक्टेड के असैसिबिलिटी यूज़ होंदी पई आ। ये सारा कुछ कि अंडर आउंदा वा, मैथड डैकलरेशन के अंडर आउंदा। उसके बाद द बॉडी कंटेन वट मैथड डू, बॉडी के की आ जाता वा कि मैथड की करता पाया, कि मैथड के की किया जा रहा, मैथड के ऑब्जैक्ट क्रिएट किया जा रहा, या प्लस किया जा रहा या माइनस किया जा रहा, वो सारा जिहड़ा काम आंदा वो किहदे अंदर आंदा वा, मैथड की बॉडी के अंदर आंदा है। थर्ड हैगा साडा वेरीएबल्स की होंगे, वेरीएबल्स आर द कंटेनर ऑफ द डाटा। वेरीएबल की कंटेनर होंदा वा जिहदे विच आपां डाटे नूं एंटर करवा सकते हैं, वैल्यूज़ नूं स्टोर कर सकते हैं। वेरीएबल्स हैव डैकलरेशन विच स्पैसीफाई द वेरीएबल नेम, टाइप एंड असैसिबिलिटी। वेरीएबल दे विच की होंदी है, वेरीएबल नूं आपां डिक्लेयर किद्दां करवाने आ, सब तो पहले आपां वेरीएबल नेम लैंदे आ, टाइप लैंदे आ कि किस टाइप का वेरीएबल है, इंटीजर है या फ्लोट आ, दैन उहदी असैसिबिलिटी लै लैंदे कि किहड़ी क्लास नूं बिलोंग करदा ते किहड़े मैथड नूं बिलोंग करदा। But the variable must have a legal identifier and not a Java keyword। वेरिएबल कोई भी आइडेंटिफायर लाइक कोई भी नेम हो सकता, ये वेरीएबल नूं कभी भी आप जावा कीवर्ड्स के नाल आप वेरीएबल नेम नूं यूज़ नहीं कर सकते। मतलब कि कोई भी जो जावा कीवर्ड हैगा जिन्होंने आप चेंज नहीं कर सकते, वो चीज़ आप वेरीएबल के लिए आप यूज़ नहीं करते। वेरीएबल लैन दे लई, वेरीएबल नेम लैन दे लई असीं कोई भी चीज़ यूज़ कर सकते हैं, सिर्फ एक कीवर्ड्स तो इलावा आप कोई भी आइडेंटिफायर वेरीएबल के लिए यूज़ कर सकते हैं। ये साडा टॉपिक सीगा स्ट्रक्चर ऑफ जावा प्रोग्राम एंड एलीमेंट्स ऑफ जावा प्रोग्राम।